ਸਾਂਝਾ ਕਰਦਾ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਨੇ। ਪਾਤਸ਼ਾਹ ਕਹਿੰਦੇ ਜੋ ਪਾਮ ਹੈ ਭਾਂਡੇ ਵਿੱਚ ਵਸਤ ਸਾ ਨਿਕਲੈ। ਪਾਤਸ਼ਾਹ ਕਹਿੰਦੇ ਜਿਹੜੀ ਵਸਤੂ ਤੁਸੀਂ ਭਾਂਡੇ 'ਚ ਪਾਈ ਹੈ ਨਿਕਲਣੀ ਉਹੀ ਹੈ। ਦੇਖੋ ਨਾ, ਜਿਹੜੀ ਵੀ ਵਸਤੂ ਤੁਸੀਂ ਬਰਤਨ 'ਚ ਪਾਈ ਹੈ, ਮੰਨ ਲਓ ਦੁੱਧ ਪਾਇਆ ਹੈ, ਤੇ ਜੇਕਰ ਤੁਸੀਂ ਥੋੜੇ ਸਮੇਂ ਬਾਅਦ ਢੱਕਣ ਖੋਲ ਕੇ ਦੇਖੋ ਵੀ ਹੋ ਸਕਦਾ ਪਾਣੀ ਬਣ ਗਿਆ ਹੋਵੇ, ਐਸਾ ਤਾਂ ਨਹੀਂ। ਜੇਕਰ ਦੁੱਧ ਪਾਇਆ ਤੇ ਦੁੱਧ ਹੀ ਨਿਕਲੇਗਾ ਉਹਦੇ 'ਚੋਂ। ਅੰਮ੍ਰਿਤ ਪਾਇਆ ਅੰਮ੍ਰਿਤ ਨਿਕਲੇਗਾ। ਜੇਕਰ ਜ਼ਹਿਰ ਪਾ ਦਿੱਤਾ ਹੈ ਤੇ ਜ਼ਹਿਰ ਹੀ ਨਿਕਲੇਗਾ। ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਕਿ ਹਰ ਭਾਂਡੇ ਵਿੱਚ ਉਹੀ ਵਸਤੂ ਰਸ ਕੇ ਬਾਹਰ ਨਿਕਲਦੀ ਹੈ ਜੋ ਉਸ ਭਾਂਡੇ ਵਿੱਚ ਮੌਜੂਦ ਹੁੰਦੀ ਹੈ। ਕਹਿੰਦਾ ਕਿ ਜਿਹੜੀ ਵਸਤ ਭਾਂਡੇ 'ਚ ਮੌਜੂਦ ਹੈ ਨਾ, ਉਹੀ ਉਸ ਭਾਂਡੇ 'ਚੋਂ ਬਾਹਰ ਆਏਗੀ। ਜਿਹੜੀ ਵਸਤ ਮੌਜੂਦ ਨਹੀਂ ਹੈਗੀ ਉਹ ਭਾਂਡੇ 'ਚੋਂ ਬਾਹਰ ਵੀ ਨਹੀਂ ਆਏਗੀ। ਜੋ ਤੁਹਾਡੇ ਅੰਦਰ ਹੈ ਉਹ ਕਰਮਾਂ ਰਾਹੀਂ ਪ੍ਰਗਟ ਹੋਏਗਾ। ਜੋ ਤੁਹਾਡੇ ਅੰਦਰ ਹੈ ਉਹ ਤੁਹਾਡੇ ਕਰਮਾਂ ਰਾਹੀਂ ਪ੍ਰਗਟ ਹੋਏਗਾ। ਤੁਹਾਡੇ ਦੇਖਣ ਰਾਹੀਂ ਪ੍ਰਗਟ ਹੋਏਗਾ, ਤੁਹਾਡੇ ਬੋਲਣ ਰਾਹੀਂ ਪ੍ਰਗਟ ਹੋਏਗਾ, ਤੁਹਾਡੇ ਵਿਵਹਾਰ ਤੋਂ ਪ੍ਰਗਟ ਹੋਏਗਾ। ਜੋ ਹੈ ਅੰਦਰ ਉਹ ਪ੍ਰਗਟ ਹੋਏਗਾ। ਪਾਤਸ਼ਾਹ ਕਹਿੰਦੇ ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਹੁਣ ਦੇਖੋ ਨਾ, ਆਪਾਂ ਘਰ ਬਣਾਉਂਦੇ ਹਾਂ ਤੇ ਗੁਰਮੁਖ ਪਿਆਰਿਓ, ਸਾਡੇ ਘਰ ਦੇ ਸ਼ਿਖਰ ਤੇ ਆਪਾਂ ਪਾਣੀ ਵਾਲੀ ਟੈਂਕੀ ਬਣਾਉਂਦੇ ਹਾਂ ਤੇ ਫਿਰ ਉਸੇ ਟੈਂਕੀ ਤੋਂ ਆਪਾਂ ਪਾਣੀ ਰਸੋਈ ਘਰ 'ਚ ਵੀ ਲੈ ਕੇ ਆਉਂਦੇ ਹਾਂ, ਵਾਸ਼ਰੂਮ 'ਚ ਵੀ ਪਾਣੀ ਪਹੁੰਚਦਾ, ਜਾਂ ਜਿੱਥੇ ਜਿੱਥੇ ਸਾਨੂੰ ਜ਼ਰੂਰਤ ਹੁੰਦੀ ਹੈ ਆਪਾਂ ਉਹ ਪਾਣੀ ਉੱਥੇ ਵਰਤਦੇ ਹਾਂ। ਹੁਣ ਜੇਕਰ ਮੰਨ ਲਵੋ ਟੈਂਕੀ 'ਚ ਪਾਣੀ ਹੈ, ਤੁਸੀਂ ਟੂਟੀ ਖੋਲ੍ਹਦੇ ਹੋ ਤੇ ਪਾਣੀ ਆਉਂਦਾ ਹੈ, ਤੇ ਜੇਕਰ ਟੈਂਕੀ 'ਚ ਪਾਣੀ ਨਹੀਂ ਹੈਗਾ ਆਏਗਾ ਕੀ? ਹੁਣ ਜੇਕਰ ਤੁਸੀਂ ਟੈਂਕੀ 'ਚ ਪਾਣੀ ਦੀ ਜਗ੍ਹਾ ਦੁੱਧ ਭਰ ਦਿੱਤਾ ਹੈ ਤੇ ਤੁਸੀਂ ਟੂਟੀ ਖੋਲੀ, ਉਹਦੀ ਜਗ੍ਹਾ ਦੁੱਧ ਹੀ ਆਏਗਾ, ਪਾਣੀ ਤੇ ਨਹੀਂ ਆਉਣ ਲੱਗਾ। ਜੋ ਟੈਂਕੀ 'ਚ ਹੈ ਉਹ ਟੂਟੀ ਦੇ ਰਾਹੀਂ ਪ੍ਰਗਟ ਹੋ ਜਾਏਗਾ। ਅਗਰ ਤੁਸੀਂ ਜ਼ਹਿਰ ਪਾ ਦਿੱਤਾ ਹੈ ਤੇ ਜ਼ਹਿਰ ਹੀ ਆਏਗਾ। ਥੋੜਾ ਜਿਹਾ ਸਮਝੀਏ। ਇਸੇ ਪ੍ਰਕਾਰ ਸਮਝੋ ਜਿਵੇਂ ਪਾਣੀ ਵਾਲੀ ਟੈਂਕੀ ਹੈ, ਉਹਦੇ ਜੋ ਤੁਸੀਂ ਪਾਇਆ ਉਹ ਬਾਹਰ ਆਉਣਾ ਹੈ ਟੂਟੀਆਂ ਦੇ ਰਾਹੀਂ। ਹੁਣ ਜਿਹੜੀ ਇਹ ਸਾਡੀ ਜ਼ੁਬਾਨ ਹੈ, ਇਹਦੇ 'ਚ ਉਹੀ ਬੋਲ ਬਾਹਰ ਆਉਣਗੇ ਜੋ ਤੁਹਾਡੇ ਅੰਦਰ ਹੈ। ਅਗਰ ਤੁਸੀਂ ਮਿੱਠਾ ਬੋਲਦੇ ਹੋ ਤੇ ਇਹਦਾ ਅਰਥ ਹੈ ਤੁਹਾਡੇ ਅੰਦਰ ਕਿਤੇ ਨਾ ਕਿਤੇ ਮਿਠਾਸ ਹੈ, ਪ੍ਰਗਟ ਹੋ ਰਹੀ ਹੈ ਬੋਲਾਂ ਦੇ ਰਾਹੀਂ। ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਸੱਚ ਬੈਣੀ, ਕਿ ਜਿਹੜਾ ਗੁਰਮੁਖ ਹੈ ਨਾ ਉਹਦੇ ਬੋਲਾਂ 'ਚ ਸੱਚ ਹੈ। ਕਿਉਂ ਸੱਚ ਹੈ ਜੀ? ਕਿਉਂਕਿ ਉਹਦੇ ਅੰਦਰ ਸੱਚ ਹੈ। ਉਹਦੇ ਅੰਦਰ ਸੱਚ ਹੈ। ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੈ, ਉਹਦੇ ਅੰਦਰ ਸੱਚ ਹੈ। ਇਸੇ ਕਰਕੇ ਉਹਦੇ ਬਾਹਰ ਉਹਦੇ ਬੋਲਾਂ ਰਾਹੀਂ ਸੱਚ ਪ੍ਰਗਟ ਹੋ ਰਿਹਾ ਹੈ। ਤੇ ਜੇਕਰ ਉਹਦੇ ਅੰਦਰ ਕੂੜ ਹੋਵੇ ਜੀ ਤੇ ਫਿਰ ਉਹ ਬੋਲਾਂ ਰਾਹੀਂ ਵੀ ਕੂੜ ਹੀ ਬਾਹਰ ਆਏਗਾ। ਪਾਤਸ਼ਾਹ ਕਹਿੰਦੇ ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ। ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਜਿਹਦਾ ਮੁਖ ਗੁਰੂ ਵੱਲ ਹੈ, ਜਿਹਦੇ ਤੇ ਗੁਰੂ ਦੀ ਨਜ਼ਰ ਇਨਾਇਤ, ਕਿਰਪਾ, ਬਖਸ਼ਿਸ਼, ਰਹਿਮਤ ਹੋ ਗਈ ਹੈ, ਉਹਦੇ ਨੇਤਰਾਂ 'ਚੋਂ ਵੀ ਤੁਹਾਨੂੰ ਸੱਚ ਦਿਖਾਈ ਦੇਗਾ। ਕਿਉਂ ਜੀ? ਕਿਉਂਕਿ ਉਹਦੇ ਅੰਦਰ ਸੱਚ ਹੈ। ਜਿਹੜੀ ਚੀਜ਼ ਤੁਹਾਡੇ ਅੰਦਰ ਹੈ ਉਹ ਤੁਹਾਡੇ ਨੇਤਰਾਂ ਰਾਹੀਂ, ਤੁਹਾਡੇ ਬੋਲਾਂ ਰਾਹੀਂ, ਤੁਹਾਡੇ ਵਿਵਹਾਰ ਰਾਹੀਂ ਪ੍ਰਗਟ ਹੋਏਗੀ। ਜੋ ਹੈ ਉਹ ਬਾਹਰ ਆਏਗਾ, ਆਏਗਾ ਹੀ ਆਏਗਾ। ਹਾਂ, ਇਹ ਸੱਚ ਹੈ
ਕਿ ਅਸੀਂ ਯਤਨ ਬੜਾ ਕਰਦੇ ਹਾਂ, ਬਾਹਰ ਨਾ ਆਵੇ। ਬਾਹਰੋਂ ਲੀਪਾ ਪੋਤੀ ਕਰ ਲੈਂਦੇ ਹਾਂ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਮਨ ਕੁਝ ਹੋਰ ਹੁੰਦਾ, ਅਸੀਂ ਬੋਲਦੇ ਕੁਝ ਹੋਰ ਹਾਂ। ਪਰ ਕਈ ਵਾਰੀ ਐਸਾ ਨਹੀਂ ਹੁੰਦਾ। ਬਹੁਤ ਵਾਰੀ ਤੁਸੀਂ ਕੋਸ਼ਿਸ਼ ਵੀ ਕਰਦੇ ਹੋ, ਯਤਨ ਵੀ ਕਰਦੇ ਹੋ ਵੀ ਜੋ ਮੇਰੇ ਅੰਦਰ ਹੈ ਬਾਹਰ ਨਹੀਂ ਹੋਣਾ ਚਾਹੀਦਾ, ਪਰ ਉਹ ਪ੍ਰਗਟ ਹੋਏਗਾ ਹੀ ਹੋਏਗਾ। ਕਿੰਨੀ ਕੁ ਵਾਰੀ ਰੋਕ ਲਓਗੇ, ਕਿੰਨੀ ਕੁ ਵਾਰੀ ਤੁਸੀਂ ਫਰੇਬ ਕਰੋਗੇ, ਕਿੰਨੀ ਕੁ ਵਾਰੀ ਭੇਗ ਕਰੋਗੇ, ਅਖੀਰ ਜੋ ਅੰਦਰ ਹੈ ਉਹ ਬਾਹਰ ਆਏਗਾ। ਹੁਣ ਇੱਥੇ ਗੱਲ ਇਹ ਹੈ ਕਿ ਜੇਕਰ ਅੰਦਰ ਹੈ ਉਹ ਬਾਹਰ ਆਏਗਾ, ਤਾਂ ਸਾਨੂੰ ਬਾਹਰ ਤੇ ਬਹੁਤਾ ਧਿਆਨ ਦੇਣ ਦੀ ਜ਼ਰੂਰਤ ਨਹੀਂ, ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਅੰਦਰ ਤੇ। ਆਪਾਂ ਕੀ ਕਰਦੇ ਹਾਂ ਜੀ, ਆਪਾਂ ਅੰਦਰ ਦੀ ਗੱਲ ਨਹੀਂ ਕਰਦੇ, ਆਪਾਂ ਬਾਹਰੋਂ ਆਪਣੇ ਆਪ ਨੂੰ ਚੰਗਾ ਬਣਾਉਣ ਦਾ ਯਤਨ ਕਰਦੇ ਹਾਂ। ਬੋਲ ਮਿੱਠੇ ਬੋਲਦੇ ਹਾਂ, ਅੰਦਰ ਕੋਈ ਮਿਠਾਸ ਨਹੀਂ ਹੈਗੀ, ਕੁੜੱਤਣ, ਕਠੋਰਤਾ। ਬਾਹਰੋਂ ਵਿਵਹਾਰ ਇੰਨਾ ਚੰਗਾ ਕਰਦੇ ਜੈਸੇ ਇਹ ਇਸ ਬੰਦੇ ਵਰਗਾ ਭਲਾ, ਇਸ ਬੰਦੇ ਵਰਗਾ ਦਇਆਲੂ ਬਾਹਰੋਂ ਪੁਕਾਰੀ ਦੂਜਾ ਕੋਈ ਨਹੀਂ ਹੋਣਾ। ਤੇ ਅੰਦਰ ਝਾਤ ਮਾਰ ਕੇ ਦੇਖੀਏ, ਕਿਉਂਕਿ ਅੰਦਰ ਮਜਬੂਰੀ ਹੈ ਐਸੀ, ਤੁਸੀਂ ਮੇਰੇ ਅੰਦਰ ਨਹੀਂ ਵੇਖ ਸਕਦੇ, ਮੈਂ ਤੁਹਾਡੇ ਅੰਦਰ ਨਹੀਂ ਦੇਖ ਸਕਦਾ, ਪਰ ਮੈਨੂੰ ਪਤਾ ਹੈ ਅੰਦਰ ਜ਼ਹਿਰ ਹੈ, ਬਾਹਰ ਬੋਲ ਅੰਮ੍ਰਿਤ ਹੈ। ਗੁਰਸਿੱਖ ਪਿਆਰਿਓ, ਇਹ ਬਣ ਜਾਂਦਾ ਹੈ ਭੇਖ, ਇਹ ਬਣ ਜਾਂਦਾ ਹੈ ਪਖੰਡ, ਇਹ ਬਣ ਜਾਂਦਾ ਹੈ ਅਡੰਬਰ। ਅੰਦਰੋਂ ਬਾਹਰ ਨੂੰ ਆਉਣਾ ਚਾਹੀਦਾ ਹੈ, ਨਾ ਕਿ ਬਾਹਰੋਂ ਅੰਦਰ ਨੂੰ ਜਾਣਾ ਚਾਹੀਦਾ ਹੈ। ਅਸੀਂ ਬਾਹਰੋਂ ਲੀਪਾ ਪੋਤੀ ਕਰਨਾ ਸ਼ੁਰੂ ਕਰ ਦਿੰਦੇ ਹਾਂ, ਇਸੇ ਕਰਕੇ ਸਾਡਾ ਅੰਦਰ ਬਦਲਦਾ ਨਹੀਂ। ਕਿਉਂ? ਕਿਉਂਕਿ ਸਿਰਫ ਦੁਨੀਆ ਸਾਨੂੰ ਬਾਹਰੋਂ ਦੇਖਦੀ ਹੈ, ਸਾਨੂੰ ਪਤਾ ਹੈ ਵੀ ਇਹਨੇ ਕਿਹੜਾ ਮੇਰੇ ਅੰਦਰ ਝਾਤੀ ਮਾਰਨੀ ਹੈ। ਬਾਹਰੋਂ ਦੁਨੀਆ ਦੇਖਦੀ ਹੈ, ਇਸ ਕਰਕੇ ਅਸੀਂ ਬਾਹਰੋਂ ਭਲੇ, ਅੰਦਰ ਖਾਤੇ ਗੁਸਤਾਖੀ ਲਈ ਮੁਆਫੀ, ਅੱਤ ਬੁਰੇ, ਗੱਲੀਆਂ ਅਸੀਂ ਚੰਗੀਆਂ, ਚਾਰੀ ਬੁਰੀਆਂ, ਮਨੋ ਕੁਸੁੱਦਾਂ ਕਾਲੀਆਂ, ਬਾਹਰੋਂ ਚਿੱਟਵੀਆਂ। ਗੁਰੂ ਸਾਹਿਬ ਕਹਿੰਦੇ ਬਾਹਰੋਂ ਚਿੱਟਿਆਂ, ਅੰਦਰੋਂ ਮਨੋ ਕੁਸੁੱਦਾਂ ਕਾਲੀਆਂ। ਅੰਦਰ ਕਾਲਖ ਹੈ, ਕਾਲਖ ਨੂੰ ਦਬਾਉਂਦੇ ਹਾਂ, ਪਰ ਗੁਰੂ ਸਾਹਿਬ ਕਹਿੰਦੇ ਇੱਕ ਦਿਨ ਦਬਾਓਗੇ, 2 ਦਿਨ ਦਬਾਓਗੇ, ਅਖੀਰ ਤੁਹਾਡੀ ਅਸਲੀਅਤ ਪ੍ਰਗਟ ਹੋਣੀ ਹੀ ਹੋਣੀ ਹੈ। ਅਖੀਰ ਜਿਹੜੀ ਚੀਜ਼ ਤੁਸੀਂ ਦਬਾਈ ਹੈ ਨਾ, ਇਹ ਬਾਹਰ ਆਉਣੀ ਹੀ ਹੋਣੀ ਹੈ। ਤੇ ਗੁਰਮੁਖ ਪਿਆਰਿਓ, ਕੁਝ ਬੰਦੇ ਐਸੇ ਨੇ ਜਿਨ੍ਹਾਂ ਬਾਰੇ ਤੁਸੀਂ ਸੁਣਿਆ ਹੋਣਾ ਹੈ, ਬਈ ਕਦੀ ਵੀ ਆਪਣੀ ਜ਼ਿੰਦਗੀ 'ਚ ਇਹਨੇ ਕਿਸੇ ਨੂੰ ਬੁਰਾ ਨਹੀਂ ਸੀ ਬੋਲਿਆ, ਤੇ ਹੁਣ ਕੀ ਕੀਤਾ, ਉਹਦੇ ਹੱਥ ਦੇ ਅੰਦਰ ਚਾਕੂ ਸੀਗਾ ਔਰ ਉਹਨੇ ਉਹਦੇ ਪੇਟ 'ਚ ਘੱਟ ਤੋਂ ਘੱਟ 25 ਵਾਰ ਉਹ ਚਾਕੂ ਜਿਹੜਾ ਹੈ ਉਹ ਚਲਾਇਆ ਹੈ। ਸਾਰਾ ਜੀਵਨ ਜਿਹੜਾ ਹੈ ਜੱਤ ਸੱਤ 'ਚ ਬੜਾ ਸੀਗਾ, ਤੇ ਅਖੀਰ ਬੁਢੇਪਾ ਆਇਆ ਔਰ ਉਸ ਬੁਢੇਪੇ ਦੇ ਅੰਦਰ ਆ ਕੇ ਉਹਨੇ ਕੀ ਕੀਤਾ, ਮਾੜਾ ਕੁਕਰਮ ਕੀਤਾ, ਕਿਸੇ ਨੂੰ ਬੇਪੱਤ ਕੀਤਾ, ਕਿਸੇ ਦੀ ਪੱਤ ਖੁਆਰ ਕੀਤੀ। ਇੱਕਦਮ ਐਸਾ ਬੰਦਾ ਨਹੀਂ ਕਰਦਾ, ਅੰਦਰ ਤੇ ਉਹਦੇ ਬੜੇ ਸਮੇਂ ਤੋਂ ਸੀ, ਪਰ ਉਸਨੇ ਕੀ ਕੀਤਾ ਸੀ, ਉਹਨੂੰ ਦਬਾਇਆ ਹੋਇਆ ਸੀ, ਛੁਪਾਇਆ ਹੋਇਆ ਸੀ। ਕ੍ਰੋਧ ਤੇ ਬੜੇ ਟਾਈਮ ਦਾ ਅੰਦਰ ਪਲਦਾ ਹੈ, ਪਰ ਦਬਾਇਆ ਹੋਇਆ ਹੈ। ਕਿਉਂ? ਕਿਉਂਕਿ ਜੇਕਰ ਪ੍ਰਗਟ ਹੋ ਜਾਏ ਤੇ ਦੁਨੀਆ ਕਹੇਗੀ ਲੈ ਕੈਸਾ ਬੁਰਾ ਬੰਦਾ ਹੈ, ਬੜਾ ਕ੍ਰੋਧ ਕਰਦਾ ਹੈ। ਇਸੇ ਕਰਕੇ ਅੰਦਰ ਦਬਾ ਦਬਾ ਕੇ ਦਮਨ ਕਰ ਕਰਕੇ ਫਿਰ ਕੀ ਹੁੰਦਾ ਹੈ, ਇੱਕੋ ਦਮ ਲਾਵਾ ਫੁੱਟਦਾ, ਪੂਰਾ ਇੱਕੋ ਦਮ ਲਾਵਾ ਫੁੱਟਦਾ ਹੈ। ਤੇ ਫਿਰ ਬੰਦਾ ਉਹ ਕੰਮ ਕਰ ਦਿੰਦਾ ਜਿਹੜੀ ਅਸੀਂ ਕਦੀ ਉਹਦੇ ਤੋਂ ਕਾਮਨਾ ਹੀ ਨਹੀਂ ਸੀ ਕੀਤੀ, ਵੀ ਇਹ ਬੰਦਾ ਐਸਾ ਵੀ ਹੋ ਸਕਦਾ ਹੈ। ਕਿਉਂ ਹੋਇਆ ਜੀ ਐਸਾ? ਕਿਉਂਕਿ
ਜਿਹੜੀ ਵਸਤੂ ਤੁਸੀਂ ਅੰਦਰ ਆਪਣੇ ਸੰਭਾਲੀ ਸੀ ਉਹ ਪ੍ਰਗਟ ਹੋ ਗਈ ਹੈ, ਉਹ ਬਾਹਰ ਆ ਗਈ ਹੈ। ਤੁਸੀਂ ਉਹਨੂੰ ਸੰਭਾਲਿਆ ਹੋਇਆ ਸੀ, ਅੰਦਰੋਂ ਸਾਫ਼ ਨਹੀਂ ਸੀ ਕੀਤਾ, ਸਿਰਫ ਬਾਹਰੀ ਤੌਰ ਤੇ, ਵਿਵਹਾਰਿਕ ਤੌਰ ਤੇ ਥੋੜਾ ਤੁਸੀਂ ਆਪਣੇ ਆਪ ਨੂੰ ਚਮਕਾਇਆ ਹੋਇਆ ਸੀ। ਜੈਸੇ ਸਾਡੀ ਆਦਤ ਹੁੰਦੀ ਹੈ, ਜਿਹੜੀ ਚੀਜ਼ ਦਿਸਦੀ ਹੈ ਉਹਨੂੰ ਬੜਾ ਸਾਫ਼ ਕਰਦੇ ਹਾਂ ਅਸੀਂ। ਘਰ ਦੇ ਅੰਦਰ ਤੁਸੀਂ ਦੇਖੋ, ਜਿਹੜੀਆਂ ਤਸਵੀਰਾਂ ਸਾਡੇ ਦੀਵਾਰਾਂ ਤੇ ਲਟਕਦੀਆਂ ਹੁੰਦੀਆਂ ਨਾ, ਉਹਨਾਂ ਦਾ ਜਿਹੜਾ ਸਾਹਮਣੇ ਵਾਲਾ ਹਿੱਸਾ ਹੁੰਦਾ, ਜਿਹੜਾ ਦਿਸਦਾ, ਉਹ ਅਸੀਂ ਬੜਾ ਸਾਫ਼ ਕਰਦੇ ਹਾਂ। ਪਰ ਪਿੱਛੇ ਉਹਦੇ ਭਾਵੇਂ ਜਾਲਾ ਲੱਗਾ, ਭਾਵੇਂ ਮਿੱਟੀ ਜੰਮੀ ਹੈ, ਭਾਵੇਂ ਧੂੜ ਜੰਮੀ ਹੈ, ਬਹੁਤੇ ਲੋਕ ਜਿਹੜੇ ਨੇ ਉਹ ਐਸੇ ਹੀ ਕਰਦੇ ਨੇ। ਪਿੱਛੋਂ ਜੋ ਹੈ ਰਹਿਣ ਦਿਓ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਦੋਨੇ ਪਾਸੇ ਸਫਾਈ ਕਰਦੇ ਨੇ, ਪਰ ਬਹੁਤੇ ਲੋਕ ਐਸੇ ਹੀ ਕਰਦੇ ਨੇ ਕਿ ਅੱਗੋਂ ਸਾਫ਼ ਕਰ ਦਿਓ। ਜਿੱਥੇ ਮਹਿਮਾਨਾਂ ਨੇ ਬਹਿਣਾ ਉਹ ਤੇ ਕਮਰਾ ਚਮਕਾ ਦਿਓ, ਤੇ ਜਿਹੜਾ ਦੂਜੇ ਕਮਰੇ ਜਿੱਥੇ ਮਹਿਮਾਨ ਜਾਣੇ ਹੀ ਨਹੀਂ ਹੈਗੇ, ਉਹ ਭਾਵੇਂ ਜਿਵੇਂ ਮਰਜ਼ੀ ਪਿਆ ਰਹੇ। ਕਿਉਂ? ਕਿਉਂਕਿ ਜੋ ਦਿਸਦਾ ਹੈ, ਸਾਨੂੰ ਲੱਗਦਾ ਹੈ ਜੋ ਦਿਸੇਗਾ ਉਹ ਅਸਰ ਕਰੇਗਾ। ਇਸੇ ਕਰਕੇ ਜਿੰਨਾ ਕੁ ਦਿਸਦਾ ਓਨੇ ਕੁ ਨੂੰ ਸਹੀ ਕਰ ਲਓ। ਹੁਣ ਸਾਡੇ ਬੋਲ ਸੁਣਾਈ ਦਿੰਦੇ ਨੇ, ਸਾਡੇ ਕਰਮ ਦਿਖਾਈ ਦਿੰਦੇ ਨੇ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਥੋੜਾ ਜਿਹਾ ਬੋਲਾਂ ਨੂੰ ਪੋਲਿਸ਼ ਕਰ ਲਓ, ਥੋੜੇ ਜਿਹੇ ਚੰਗੇ ਬੋਲ ਬੋਲੋ। ਕਰਮ ਸਾਡੇ ਦਿਸਦੇ ਨੇ, ਆਪਾਂ ਕਹਿੰਦੇ ਆ ਵੀ ਚਲੋ ਲੋਕਾਂ ਦੇ ਸਾਹਮਣੇ ਥੋੜੇ ਜਿਹੇ ਪੋਲਿਸ਼ ਕਰਕੇ ਰੱਖੋ ਆਪਣੇ ਕਰਮ। ਪਰ ਜੇਕਰ ਗੁਰਮੁਖ ਪਿਆਰਿਓ ਆਪਾਂ ਕੋਸ਼ਿਸ਼ ਕਰੀਏ ਵੀ ਅੰਦਰੋਂ ਹੀ, ਸਾਡੇ ਅੰਦਰ ਹੀ ਉਹ ਚੀਜ਼ ਪੈਦਾ ਹੋ ਜਾਏ ਵੀ ਜਿਹੜੀ ਕਦੀ ਵੀ ਅਸੀਂ ਬੁਰੇ ਬੋਲ ਬੋਲੀਏ ਹੀ ਨਾ, ਕਦੀ ਵੀ ਅਸੀਂ ਮਾੜੇ ਕਰਮ ਕਰੀਏ ਹੀ ਨਾ, ਅੰਦਰੋਂ ਬੀਜ ਹੀ ਨਾ ਬੀਜੀਏ ਮਾੜੇ ਬੋਲਾਂ ਦਾ, ਮਾੜੇ ਕਰਮਾਂ ਦਾ, ਬਾਅਦ ਦੇ ਅੰਦਰ ਜਿਹੜਾ ਪ੍ਰਗਟ ਹੋ ਜਾਏ। ਪਾਤਸ਼ਾਹ ਜੀ ਦੇ ਬਚਨ, ਪਾਤਸ਼ਾਹ ਕਹਿੰਦੇ ਭਾਈ ਜਿਹੜੀ ਤੁਹਾਡੇ ਭਾਂਡੇ ਦੇ ਅੰਦਰ ਵਸਤ ਹੈ ਉਹ ਨਿਕਲਣੀ ਹੈ, ਤੁਹਾਡੀ ਜ਼ੁਬਾਨ ਦੇ ਰਾਹੀਂ, ਤੁਹਾਡੇ ਬੋਲਾਂ ਦੇ ਰਾਹੀਂ, ਤੁਹਾਡੇ ਕਰਮਾਂ ਦੇ ਰਾਹੀਂ। ਅੰਦਰ ਉਹੀ ਚੀਜ਼ ਨੂੰ ਰੱਖੋ ਆਪਣੇ, ਜੋ ਜਦੋਂ ਬਾਹਰ ਆਏ ਨਾ ਤੇ ਉਹ ਨਾ ਤੁਹਾਡਾ ਨੁਕਸਾਨ ਕਰੇ, ਨਾ ਕਿਸੇ ਦਾ ਨੁਕਸਾਨ ਕਰੇ। ਅੰਦਰ ਆਪਾਂ ਈਰਸ਼ਾ ਪਾਲਦੇ ਰਹਿੰਦੇ ਹਾਂ, ਦਵੈਸ਼ ਪਾਲਦੇ ਰਹਿੰਦੇ ਹਾਂ, ਵੈਰ ਪਾਲਦੇ ਰਹਿੰਦੇ ਹਾਂ। ਹਾਂ, ਪ੍ਰਗਟ ਨਹੀਂ ਹੋਣ ਦਿੰਦੇ, ਪਰ ਵਕਤ ਲੰਘਦਿਆਂ ਗੁਜ਼ਰਦਿਆਂ ਸਮਾਂ ਪੈ ਜਾਂਦਾ ਹੈ ਔਰ ਉਹ ਚੀਜ਼ ਜਿਹੜੀ ਅਸੀਂ ਬੜੇ ਲੰਮੇ ਸਮੇਂ ਤੋਂ ਸੰਭਾਲੀ ਹੋਈ ਸੀ, ਉਹ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੇ ਕਰਨੀ। ਗੁਰਮੁਖ ਜੋ ਹੈ ਉਹਦੇ ਬੋਲਾਂ 'ਚ ਸੱਚ ਹੈ, ਉਹਦੇ ਨੇਤਰਾਂ 'ਚ ਸੱਚ ਹੈ, ਉਹਦੇ ਕਰਮਾਂ 'ਚ ਸੱਚ ਹੈ। ਕਿਉਂ? ਕਿਉਂਕਿ ਉਹਦੇ ਅੰਦਰ ਸੱਚ ਹੈ। ਉਹ ਵਿਖਾਵੇ ਦੇ ਲਈ ਨਹੀਂ ਬੋਲਦਾ ਪਿਆ, ਉਹਦਾ ਸੁਭਾਅ ਹੈ, ਸਹਿਜ ਸੁਭਾਅ ਹੀ ਉਹ ਬੋਲਦਾ ਐਸਾ। ਔਰ ਕਦੀ ਤੁਸੀਂ ਦੇਖਿਆ ਅਸੀਂ ਘਰ ਕੈਸੇ ਬੋਲਦੇ ਹਾਂ ਤੇ ਬਾਜ਼ਾਰ 'ਚ ਜਾਂਦੀ ਸਾਡੀ ਟੋਨ ਚੇਂਜ ਹੋ ਜਾਂਦੀ ਹੈ। ਘਰ ਸਾਡਾ ਬੋਲਣਾ ਹੋਰ ਹੈ, ਬਾਹਰ ਬੋਲਣਾ ਹੋਰ ਹੈ। ਸਾਡਾ ਘਰ ਵਿਵਹਾਰ ਕਰਨਾ ਬਿਲਕੁਲ ਅਲੱਗਾ ਹੈ, ਔਰ ਜਦੋਂ ਅਸੀਂ ਬਾਹਰ ਜਾਂਦੇ ਹਾਂ ਇੱਕਦਮ ਸਿਆਣੇ ਬੱਚੇ ਬਣ ਜਾਂਦੇ ਹਾਂ। ਪਤਾ ਹੈ ਘਰ ਕਿਹਨੇ ਦੇਖਣਾ ਹੈ। ਘਰ ਜੋ ਮਰਜ਼ੀ ਬੋਲੋ, ਜੈਸਾ ਮਰਜ਼ੀ ਬੋਲੋ, ਦੇਖਣਾ ਤੇ ਬਾਹਰ ਹੀ ਹੈ ਲੋਕਾਂ ਨੇ। ਇਹ ਜਿਹੜਾ ਦੋਹਰਾਪਨ ਹੈ ਨਾ ਸਾਡੇ ਜੀਵਨ 'ਚ, ਇਹ ਦਿੱਕਤ ਕਰਦਾ ਹੈ। ਇਸ ਦੋਹਰੇਪਨ 'ਚ ਪਖੰਡ ਪੈਦਾ ਹੁੰਦਾ ਹੈ, ਇਹਦੇ 'ਚ ਭੇਖ ਪੈਦਾ ਹੁੰਦਾ ਹੈ, ਔਰ ਆਪਣੇ ਆਪ ਨੂੰ ਬਦਲਣਾ ਔਖਾ ਹੈ, ਬਹੁਤ ਔਖਾ ਹੈ। ਆਸਾਨ ਰਸਤਾ ਕੀ ਹੈ? ਜੈਸੇ ਹੋ ਵੈਸੇ ਬਣੇ ਰਹੋ, ਪਰ ਥੋੜਾ ਜਿਹਾ ਬਾਹਰੋਂ ਲਿਪਾ ਪੋਤੀ ਕਰ ਲਓ। ਔਖਾ ਕੰਮ ਨਹੀਂ ਅਸੀਂ ਕਰਨਾ ਚਾਹੁੰਦੇ। ਔਖਾ ਕੰਮ ਕੀ ਹੈ ਕਿ ਅੰਦਰੋਂ ਬਾਹਰੋਂ ਇੱਕ ਹੋ ਜਾਈਏ, ਬਿਲਕੁਲ ਬਦਲ ਜਾਈਏ। ਪਰ ਉਹ ਔਖਾ ਕੰਮ ਹੈ, ਉਹਦੇ ਤੇ ਮਿਹਨਤ ਲੱਗਦੀ ਹੈ, ਮੁਸ਼ੱਕਤ ਲੱਗਦੀ ਹੈ, ਕੁਝ ਰਸ ਕਸ ਛੱਡਣੇ ਪੈਂਦੇ ਨੇ, ਉਹ ਅਸੀਂ ਛੱਡਣ ਵਾਸਤੇ ਤਿਆਰ ਨਹੀਂ ਹੈਗੇ। ਤਾਂ ਫਿਰ ਸਾਡੀ ਕੋਸ਼ਿਸ਼ ਕੀ ਹੁੰਦੀ ਹੈ ਕਿ ਚਲੋ ਕੰਮ ਚਲਾਣਾ ਹੈ, ਕੰਮ ਚਲਾਣਾ ਹੈ, ਤੇ ਤਸਵੀਰ ਜਿਹੜੀ ਬਾਹਰ ਦਿਸਦੀ ਹੈ ਇਹਨੂੰ ਕਰੋ ਸਾਫ਼, ਪਿੱਛੇ ਗੰਦਗੀ ਲੱਗੀ ਰਹੇ, ਪਿੱਛੇ ਬਹੁਤ ਗੰਦ ਮੰਦ ਪਿਆ, ਅੱਗੇ ਵਰਕ ਚੜਾ ਦਿਓ, ਸਿਲਵਰ ਵਰਕ ਚੜਾ ਦਿਓ,
बस अगे दिसी जाएगा, पिछे जो मर्जी होवे, कोई किहड़ा किसे वेखना। जिहड़ी चीज़ देखनी है दिखेगी वो साफ करो बस। नहीं गुरमुख प्यारिओ, अगर साफ करना है तो चंगी तरह करो। अगर सफाई होवे तो चंगी तरह होवे। इसे करके क्या जाता है, नास्तिक बंदा ठोकर वज जाए तो बड़ी आसानी नाल आस्तिक बन जाता है, पर आस्तिक बंदा सदा आस्तिक नहीं बनता। क्यों? क्योंकि असल मायनिया दे अंदर वो भेख आडंबर दे अंदर जी रहा हुंदा है, सिर्फ विखावे का जीवन जी रहा हुंदा है। ਉਹਦੇ जीवन च कोई भी रब ते विश्वास, रब ते भरोसा नहीं है। वो सिर्फ बारी तौर पर विखावे के लिए सब कुछ करता है। आस्तिक बंदा तां जीवन आस्तिक नहीं बनता, ते नास्तिक बंदा जेकर ठोकर लग जाए तो झाटी आस्तिक बन जाता है। ऐसिया बहुत सारिया उदाहरण तुहानूं मिल जाणगियां। तो इस करके गुरु साहब कहते भेख नहीं करना। छोडो वेस भेख चतुराई, दुबदा, ये दुबदा पैदा करेगा। ये फल ना ही जी, ये कोई फल है ही नहीं है। जैसे तुसी कोल्लू दा बैल देखिया ना, एक थां ते चक्कर कट्टी जांदा है, ਉਹਦੇ ਨਾਲ बैल नूं कोई फायदा नहीं, ਉਹਦੇ मालक नूं जरूर फायदा है। ਹੁਣ जेकर बैल सोचे भी मैं सवेर ਦਾ ਚੱਲਿਆ ਤੇ मैं तो बड़ी दूर पहुँच ਗਿਆ ਹੋਵਾਂਗਾ अपने मालक के घर ਤੋਂ, ਤੇ भाई गुरदास जी ਕਹਿੰਦੇ ਉਹਦਾ ਭੁਲੇਖਾ है, पहुंचा किते नहीं, वो उत्थे दा उत्थे ही है। जैसे बैल तेली को जाने कई कोस चलत, नैन उघरत वहीं ठावे ठिकानो है। जदों ओदा मालक ओदी अखां तो पट्टी उतारदा ना, जो हैरान जा होकर देखदा मैं तो उत्थे ही खड़ा होया, ते सोचदा सी चलिया ते बड़ा वां, पर चलिया है कित्थे आ, क्योंकि उत्थे ही चक्कर कट्टी जा रहा है। चलना तुहानूं नहीं मंजिल ते पहुँचाता, क्योंकि जेकर चलना ही पहुँचाता होवे ना, तो फिर कोल्लू दा बलद भी मंजिल ते पहुँच जाए, वो तो पहुँचा नहीं। सिर्फ चलना नहीं, सही चलना वो तुहानूं तुहाडी मंजिल ते पहुँचाता है। हुण मान लो तुसीं नाव विच बैठे हो बेड़ी दे अंदर, ते तुसीं एक ही चप्पू मारी जांदे हो। हुण एक चप्पू मारन दे नाल वो बेड़ी उत्थे घुम्मी जाएगी किते नहीं, तो तुहानूं एहसास भी नहीं होएगा भी तुसीं खाली बैठे होए हो, चलदे पए हो। भाई गुरदास जी कहंदे ने, जैसे जेवरी बांटत आंतरो अचिंत चिंत, खात जात बशरू टटेरो पछतानो है। कहंदे को अखां तो विहूणा बंदा रस्सी वटदा है, रस्सी वट्टी जांदा, उन्होंने कोई घंटा डेढ़ घंटा हो जाता वटद्या, सोचता देखा तो सही भी किन्नी को रस्सी वट बैठा, हथ मारदा रस्सी किते दिसदी ही नहीं, दिसदा तो है नहीं, उन्होंने महसूस करता कित्थे भी रस्सी है ही नहीं, पुछदा भी रस्सी किधर गई है, ते नाल दा उन्होंने कहंदा भई तेरे बिल्कुल पिछे एक बच्छा बजा होया सी, जिन्नी तू वटदा सी उन्नी खा जांदा सी, जिन्नी वटदा सी उन्नी खा जांदा सी। इसे तरह भेख है, आडंबर है, पखंड है। लगेगा भी तुसी कुछ कर रहे हो, पर वो तुहानूं लैके किते नहीं जाएगा, जिथे बैठे उत्थे बैठे रहो। सो इससे करके बाहरों नहीं दिखावा करना, बाहरों लीपापूती नहीं करनी। गुरु साहब कहते अज नहीं ते कल पाज उगड़ेगा, जो जीओ होए सो जो जी होए सो उगवे, उगना ही है। किन्ना को समा रोकोगे, बहुता समा नहीं। जिहड़ी वस्तु तुसी अपने भांडे च पाई है ना, वही निकलनी है। जिहड़ी चीज़ तुहाडे शरीर दे अंदर है, अंदर मीन जिहड़ी तुहाडे अंदर विचारां च तुसी बीज बीजे हुए ने, मन च बीज बीजे हुए ने ना, जो तुसी हिरदे च संभालिया होया है, वो अज नहीं ते कल, कल नहीं ते परसों प्रगट होएगा। वो अमृत संभालिया तद भी प्रगट होएगा, वो जहर संभालिया तद भी प्रगट होएगा। प्रगट जरूर होना है जो तुसी संभालिया हुआ है। इसलिए गुरु साहब सानू समझा रहे हैं कि जो पावै भांडे विच वस्त सा निकलै,
कि ਜਿਹੜੀ ਤੁਸੀਂ ਭਾਂਡੇ ਸ੍ਰੀ ਰੂਪੀ ਭਾਂਡੇ ਦੇ ਅੰਦਰ ਵਸਤ ਰੱਖੀ ਹੋਈ ਹੈ ਨਾ, ਉਹ ਨਿਕਲਣੀ ਹੈ। ਕਿਆ ਕੋਈ ਕਰੇ ਵਿਚਾਰਾ। ਇਸੇ ਕਰਕੇ ਉਸ ਚੀਜ਼ ਨੂੰ ਸੰਭਾਲੋ ਭਾਈ, ਜੋ ਜਦੋਂ ਬਾਹਰ ਆਵੇ ਤੇ ਤੁਹਾਨੂੰ ਦਿੱਕਤ ਨਾ ਹੋਵੇ, ਨਾ ਕਿਸੇ ਹੋਰ ਨੂੰ ਦਿੱਕਤ ਹੋਵੇ। ਦੇਖੋ, ਹਿਰਦਾ ਬੜੀ ਕੋਮਲ ਜੀ ਚੀਜ਼ ਹੈ। ਲੋਹੇ ਦੀਆਂ ਅਲਮਾਰੀਆਂ, ਤਿਜੋਰੀਆਂ ਤੁਸੀਂ ਰੱਖੀਆਂ ਨੇ, ਕਦੀ ਤੁਸੀਂ ਉਹਨਾਂ 'ਚ ਕੋਲੇ ਸੰਭਾਲੇ ਨੇ? ਕੋਲੇ ਰੱਖਦੇ ਹੋ ਨਾ ਤੁਸੀਂ? ਕੀ ਰੱਖਦੇ ਹੋ ਤੁਸੀਂ? ਹੀਰੇ ਜਵਾਹਰਾਤ, ਸੋਨੇ ਦੇ ਗਹਿਣੇ ਰੱਖਦੇ ਹੋ। ਤੇ ਜਿਹੜਾ ਸਾਡਾ ਹਿਰਦਾ ਹੈ, ਉਹ ਤਿਜੋਰੀ ਤੇ ਲੋਹੇ ਦੀ ਹੈ, ਉਸ ਤੋਂ ਵੀ ਕਿਤੇ ਜ਼ਿਆਦਾ ਕੀਮਤੀ ਹੈ। ਫਿਰ ਇਹਦੇ ਅੰਦਰ ਕੋਲੇ ਕਿਉਂ ਸੰਭਾਲਦੇ ਹੋ? ਕੋਲੇ ਕਿਹੜੇ ਨੇ ਜੀ? ਕਾਮ, ਕ੍ਰੋਧ, ਲੋਭ, ਮੋਹ, ਈਰਸ਼ਾ, ਦਵੈਸ਼, ਵੈਰ, ਨਿੰਦਿਆ, ਚੁਗਲੀ। ਇਹ ਕੋਲੇ ਨੇ ਜਿਨ੍ਹਾਂ ਨੂੰ ਤੁਸੀਂ ਸੰਭਾਲਿਆ ਹੋਇਆ। 2-2 ਸਾਲਾਂ ਦਾ ਵੈਰ ਸੰਭਾਲੀ ਬੈਠੇ ਹੋ, 5-5 ਸਾਲਾਂ ਦਾ ਵੈਰ ਸੰਭਾਲੀ ਬੈਠੇ ਹੋ ਆਪਣੇ ਅੰਦਰ। ਨਫ਼ਰਤ ਜਿਹੜੀ ਉਹ ਤੁਸੀਂ ਬੜੀ ਉਹਨੂੰ ਸੰਭਾਲ ਕੇ ਰੱਖਦੇ ਹੋ, ਵੀ ਬਾਹਰ ਨਹੀਂ ਨਿਕਲਣੀ ਚਾਹੀਦੀ, ਅੰਦਰ ਹੀ ਰਹੇ। ਸੰਭਾਲ ਕੇ ਰੱਖਣਾ, ਵੈਰ ਨੂੰ ਸੰਭਾਲ ਕੇ ਰੱਖਣਾ ਹੈ। ਤੋ ਗੁਰਮੁਖੋ, ਜੋ ਸੰਭਾਲਿਆ ਹੈ ਅੱਜ ਨਹੀਂ ਤੇ ਕੱਲ ਪ੍ਰਗਟ ਹੋਏਗਾ। ਅੰਮ੍ਰਿਤ ਸੰਭਾਲੋ। ਪ੍ਰੇਮ ਸੰਭਾਲਣ ਵਾਲੀ ਚੀਜ਼ ਹੈ। ਸ਼ਰਧਾ, ਭਾਵਨਾ, ਦ੍ਰਿੜ ਵਿਸ਼ਵਾਸ, ਦ੍ਰਿੜ ਸੰਕਲਪ, ਇਹ ਚੀਜ਼ਾਂ ਜਿਹੜੀਆਂ ਨੇ, ਉੱਤਮ ਗੁਣ ਜਿਹੜੇ ਨੇ, ਇਹ ਸੰਭਾਲਣ ਵਾਲੇ ਨੇ। ਇਹਨਾਂ ਨੂੰ ਅੰਦਰ ਸੰਭਾਲੋ ਤੇ ਫਿਰ ਇਹ ਪ੍ਰਗਟ ਵੀ ਹੋਣਗੇ। ਪਰ ਜਿਹੜੀ ਚੀਜ਼ ਸੰਭਾਲਣ ਵਾਲੀ, ਉਹਨੂੰ ਨਾ ਸੰਭਾਲੀ। ਅੱਗੇ ਕੱਲ ਦੇ ਦੀਵਾਨਾਂ 'ਚ ਗੁਰਮੁਖੋ ਸਰਵਣ ਕਰਾਂਗੇ ਜੀ। ਸੋ ਬੇਨਤੀ ਹੈ ਕਿ ਸਮਾਂ ਜਿਹੜਾ ਹੈ 4:15 ਤੋਂ 5 ਵਜੇ ਤੱਕ ਦਾ ਕਥਾ ਦਾ ਹੈ। 5 ਤੋਂ 6 ਵਜੇ ਤੱਕ ਕੀਰਤਨ, ਉਸ ਤੋਂ ਉਪਰੰਤ ਫਿਰ ਸੋਦਰ ਬਾਣੀ ਦਾ ਜਾਪ ਹੋਏਗਾ। ਸੋ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।